ਮੇਰਾ ਨਾਮ ਨੇਹਾ ਹੈ ਤੇ ਮੈਂ 25 ਸਾਲਾਂ ਦੀ ਹਾਂ। ਮੇਰੇ ਜੇਠ ਮੇਰੇ ਪਤੀ ਨੂੰ ਆਪਣੀ ਜਾਇਦਾਦ ਵਿੱਚੋਂ ਕੁਝ ਨਹੀਂ ਦੇਣਾ ਚਾਹੁੰਦੇ ਸੀ। ਵਜ੍ਹਾ ਇਹ ਸੀ ਕਿ ਮੇਰੇ ਪਤੀ ਉਹਨਾਂ ਦੇ ਸੌਤੇਲੇ ਭਰਾ ਸੀ। ਮੇਰਾ ਜੇਠ ਇਕੱਲਾ ਹੀ 4 ਫੈਕਟਰੀਆਂ ਦਾ ਮਾਲਕ ਸੀ, ਪਰ ਉਹ ਅਕਸਰ ਬਿਮਾਰ ਰਹਿੰਦੇ ਸੀ। ਡਾਕਟਰ ਨੇ ਦੱਸ ਦਿੱਤਾ ਸੀ ਕਿ ਮੇਰੇ ਜੇਠ ਨੂੰ ਦਿਲ ਦੀ ਬਿਮਾਰੀ ਹੈ। ਉਹ ਸਾਨੂੰ ਕਦੇ ਵੀ ਛੱਡ ਕੇ ਜਾ ਸਕਦੇ ਹਨ। ਜ਼ਿਆਦਾ ਤੋਂ ਜ਼ਿਆਦਾ 2 ਸਾਲ ਤੱਕ ਜਿੰਦਾ ਰਹਿ ਸਕਦੇ ਹਨ। ਮੈਂ ਆਪਣੀ ਛੋਟੀ ਭੈਣ ਨੂੰ ਕਿਹਾ ਕਿ ਉਹ ਮੇਰੇ ਜੇਠ ਨਾਲ ਵਿਆਹ ਕਰ ਲਵੇ। 2 ਸਾਲ ਬਾਅਦ ਜਦੋਂ ਉਹ ਮਰ ਜਾਵੇਗਾ ਤਾਂ ਉਸ ਦੀ ਸਾਰੀ ਜਾਇਦਾਦ ਪਤਨੀ ਦੀ ਹੈਸੀਅਤ ਨਾਲ ਤੇਰੀ ਹੋ ਜਾਵੇਗੀ। ਉਸ ਤੋਂ ਬਾਅਦ ਆਪਾਂ ਐਸ਼ ਕਰਾਂਗੀਆਂ। ਮੇਰੀ ਭੈਣ ਨੇ ਮੇਰੀ ਗੱਲ ਮੰਨ ਲਈ ਤੇ ਫਿਰ ਮੈਂ ਆਪਣੀ ਭੈਣ ਦਾ ਵਿਆਹ ਜੇਠ ਨਾਲ ਕਰਵਾ ਦਿੱਤਾ। ਪਰ ਮੇਰਾ ਜੇਠ ਤਾਂ ਹੁਣ ਪਹਿਲਾਂ ਨਾਲੋਂ ਜਵਾਨ ਹੋਣ ਲੱਗਿਆ ਸੀ। ਇੱਦਾਂ ਹੀ 2 ਸਾਲ ਗੁਜ਼ਰ ਗਏ, ਪਰ ਮੇਰੇ ਜੇਠ ਦੀ ਮੌਤ ਨਾ ਹੋਈ। ਮੇਰੀ ਭੈਣ ਮੈਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਕਿ ਤੇਰਾ ਜੇਠ ਕਦੋਂ ਮਰੇਗਾ, ਉਹਨਾਂ ਨੇ ਤਾਂ ਮੇਰਾ ਜੀਣਾ ਹਰਾਮ ਕਰ ਦਿੱਤਾ ਹੈ। ਇੱਕ ਦਿਨ ਰਾਤ ਦੇ ਵਕਤ ਭੈਣ ਦੇ ਕਮਰੇ ਵਿੱਚੋਂ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਭੱਜ ਕੇ ਆਪਣੇ ਜੇਠ ਦੇ ਕਮਰੇ ਵਿੱਚ ਗਈ ਤਾਂ ਦੇਖ ਕੇ ਮੇਰੀ ਜਾਨ ਨਿਕਲ ਗਈ, ਕਿਉਂਕਿ ਜੇਠ ਨੇ ਤਾਂ ਮੇਰੀ ਭੈਣ ਨੂੰ। ਮੈਂ ਇੱਕ ਗਰੀਬ ਪਰਿਵਾਰ ਵਿੱਚੋਂ ਤਾਲੁਕ ਰੱਖਦੀ ਸੀ। ਅਸੀਂ 3 ਭੈਣਾਂ ਸੀ। ਮੇਰੀ ਭੈਣ ਗੁਣਗੁਣ ਮੇਰੇ ਤੋਂ 1 ਸਾਲ ਛੋਟੀ ਸੀ। ਸਾਡੇ ਦੋਨਾਂ ਭੈਣਾਂ ਵਿੱਚ ਬਹੁਤ ਪਿਆਰ ਸੀ। ਸਾਡੀ ਆਪਸ ਵਿੱਚ ਬਹੁਤ ਬਣਦੀ ਸੀ। ਅਸੀਂ ਇੱਕ ਦੂਜੇ ਤੋਂ ਬਿਨਾਂ ਖਾਣਾ ਵੀ ਨਹੀਂ ਖਾਂਦੇ ਸੀ। ਸਾਡੇ ਮਾਤਾ ਪਿਤਾ ਵੀ ਸਾਡੀ ਹਰ ਖੁਆਇਸ਼ ਪੂਰੀ ਕਰਦੇ ਸੀ। ਕੁਦਰਤ ਨੇ ਸਾਨੂੰ ਬਹੁਤ ਸੁੰਦਰ ਬਣਾਇਆ ਸੀ। ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ ਤਾਂ ਮੇਰੇ ਲਈ ਰਿਸ਼ਤਿਆਂ ਦੀ ਲੰਬੀ ਲਾਈਨ ਲੱਗੀ ਰਹਿੰਦੀ ਸੀ, ਪਰ ਮੈਂ ਕਿਸੇ ਅਮੀਰ ਘਰੇ ਵਿਆਹ ਕਰਵਾਉਣਾ ਚਾਹੁੰਦੀ ਸੀ। ਮੇਰੇ ਸੁਪਨੇ ਬੜੇ ਉੱਚੇ ਸੀ, ਪਰ ਮੈਂ ਆਪਣੇ ਸੁਪਨੇ ਪੂਰੇ ਕਰਨ ਲਈ ਕੋਈ ਗਲਤ ਰਸਤਾ ਨਹੀਂ ਅਪਣਾਉਣਾ ਚਾਹੁੰਦੀ ਸੀ। ਮੈਂ ਸਹੀ ਤਰੀਕੇ ਨਾਲ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਚਾਹੁੰਦੀ ਸੀ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਸੀ ਇੱਕ ਰਾਜਕੁਮਾਰ ਆਵੇ ਅਤੇ ਮੈਨੂੰ ਵਿਆਹ ਕੇ ਲੈ ਜਾਵੇ, ਮੇਰੀ ਜ਼ਿੰਦਗੀ ਸਕੂਨ ਅਤੇ ਖੁਸ਼ੀਆਂ ਨਾਲ ਭਰ ਦੇਵੇ। ਅੱਜ ਵੀ ਮੈਨੂੰ ਉਹ ਦਿਨ ਯਾਦ ਆ ਜਦੋਂ ਕਾਲਜ ਵਿੱਚ ਇੱਕ ਲੜਕੀ ਨਾਲ ਮੇਰੀ ਦੋਸਤੀ ਹੋਈ ਸੀ। ਉਹ ਬਹੁਤ ਅਮੀਰ ਘਰ ਦੀ ਲੜਕੀ ਸੀ, ਪਰ ਉਹ ਸੁੰਦਰ ਨਹੀਂ ਸੀ। ਉਸਨੇ ਮੇਰੀ ਖੂਬਸੂਰਤੀ ਨੂੰ ਦੇਖ ਕੇ ਮੇਰੀ ਦੋਸਤ ਬਣ ਗਈ ਅਤੇ ਮੈਂ ਵੀ ਉਸ ਨਾਲ ਦੋਸਤੀ ਕਰ ਲਈ। ਹੁਣ ਮੈਂ ਉਸਦੇ ਘਰੇ ਆਉਂਦੀ ਜਾਂਦੀ ਰਹਿੰਦੀ ਸੀ। ਇੱਕ ਦਿਨ ਉਸਦੇ ਕਜ਼ਨ ਨਾਲ ਮੇਰੀ ਮੁਲਾਕਾਤ ਹੋਈ। ਉਹ ਬਹੁਤ ਹੀ ਅਮੀਰ ਅਤੇ ਖੂਬਸੂਰਤ ਇਨਸਾਨ ਸੀ। ਉਹ ਮੈਨੂੰ ਦੇਖ ਕੇ ਉਸਦੀ ਨਿਗਾਹ ਮੇਰੇ ਤੇ ਹੀ ਅਟਕ ਗਈ। ਉਹ ਮੈਨੂੰ ਕਹਿਣ ਲੱਗੇ, ਤੁਸੀਂ ਕੌਣ ਹੋ? ਮੈਂ ਤੁਹਾਨੂੰ ਇੱਥੇ ਪਹਿਲਾਂ ਕਦੇ ਨਹੀਂ ਦੇਖਿਆ। ਉਦੋਂ ਮੇਰੀ ਸਹੇਲੀ ਨੇ ਉਸਨੂੰ ਦੱਸਿਆ, ਇਹ ਨੇਹਾ ਮੇਰੀ ਸਹੇਲੀ ਹੈ। ਉਹ ਜਾਂਦੇ ਜਾਂਦੇ ਮੈਨੂੰ ਦੇਖਦੇ ਰਹੇ ਤੇ ਕਹਿ ਗਏ, ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਰਾਤ ਨੂੰ ਹੀ ਉਸਦਾ ਮੈਸੇਜ ਆ ਗਿਆ ਕਿ ਉਹ ਮੈਨੂੰ ਪਸੰਦ ਕਰਨ ਲੱਗਾ ਹੈ। ਉਹ ਮੇਰੀ ਸੁੰਦਰਤਾ ਤੇ ਮਰ ਗਿਆ ਸੀ ਤੇ ਮੈਨੂੰ ਹੋਰ ਕੀ ਚਾਹੀਦਾ ਸੀ। ਮੈਂ ਤਾਂ ਇਹੀ ਚਾਹੁੰਦੀ ਸੀ ਕਿ ਕੋਈ ਅਮੀਰ ਲੜਕਾ ਮੈਨੂੰ ਵਿਆਹ ਕੇ ਲੈ ਜਾਵੇ ਤੇ ਬਾਕੀ ਦੀ ਰਹਿੰਦੀ ਜ਼ਿੰਦਗੀ ਮੈਂ ਆਰਾਮ ਦੇ ਨਾਲ ਗੁਜ਼ਾਰ ਸਕਾਂ। ਮੇਰੀ ਤਮੰਨਾ ਪੂਰੀ ਹੋ ਗਈ ਸੀ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਆਪਣੀਆਂ ਖੁਸ਼ੀਆਂ ਵਿੱਚ ਮਗਨ ਆਪਣੀ ਸਹੇਲੀ ਦਾ ਵਿਵਹਾਰ ਨਹੀਂ ਦੇਖਿਆ ਸੀ। ਉਹ ਦਿਨ ਬ ਦਿਨ ਮੇਰੇ ਤੋਂ ਦੂਰ ਹੁੰਦੀ ਜਾ ਰਹੀ ਸੀ। ਉਸਨੇ ਹੋਰ ਸਹੇਲੀਆਂ ਬਣਾ ਲਈਆਂ ਸੀ, ਪਰ ਮੈਂ ਇਹ ਗੱਲਾਂ ਨੂੰ ਜ਼ਿਆਦਾ ਨਹੀਂ ਸੋਚਦੀ ਸੀ। ਇੱਕ ਦਿਨ ਮੈਂ ਕੰਟੀਨ ਵਿੱਚ ਬੈਠੀ ਸੀ ਜਦੋਂ ਮੇਰੀ ਦੋਸਤ ਰੀਨਾ ਮੇਰੇ ਕੋਲ ਆਈ। ਉਸ ਵਕਤ ਮੇਰੇ ਕੋਲ ਇੱਕ ਲੜਕੀ ਬੈਠੀ ਸੀ। ਰੀਨਾ ਨੇ ਮੈਨੂੰ ਕਿਹਾ, ਤੇਰੇ ਨਾਲ ਇਕੱਲੇ ਵਿੱਚ ਗੱਲ ਕਰਨਾ ਚਾਹੁੰਦੀ ਹਾਂ। ਮੈਂ ਉੱਠ ਕੇ ਉਸਦੇ ਨਾਲ ਪਾਸੇ ਚਲੀ ਗਈ। ਉਹ ਬਹੁਤ ਜ਼ਿਆਦਾ ਸੀਰੀਅਸ ਲੱਗ ਰਹੀ ਸੀ। ਉਸਨੇ ਮੈਨੂੰ ਕਿਹਾ ਕਿ ਮੈਨੂੰ ਗੱਲ ਕਰਨਾ ਚੰਗਾ ਤਾਂ ਨਹੀਂ ਲੱਗਦਾ, ਪਰ ਕੀ ਕਰਾਂ, ਦੱਸਣੀ ਜ਼ਰੂਰੀ ਹੈ। ਤੂੰ ਮੇਰੀ ਵਧੀਆ ਦੋਸਤ ਰਹਿ ਚੁੱਕੀ ਹੋ। ਮੈਂ ਸੱਚੇ ਦਿਲੋਂ ਤੇਰੇ ਵੱਲ ਦੋਸਤੀ ਦਾ ਹੱਥ ਫੈਲਾਇਆ ਸੀ, ਕਿਉਂਕਿ ਤੂੰ ਮੈਨੂੰ ਬਹੁਤ ਜ਼ਿਆਦਾ ਚੰਗੀ ਲੱਗਦੀ ਸੀ, ਪਰ ਤੂੰ ਮੇਰੇ ਕਜ਼ਨ ਆਰੀਅਨ ਨਾਲ ਦੋਸਤੀ ਦਾ ਹੱਥ ਫੜ ਕੇ ਚੰਗਾ ਨਹੀਂ ਕੀਤਾ। ਇਸ ਵਾਰ ਮੈਂ ਚੌਂਕ ਕੇ ਰੀਨਾ ਵੱਲ ਦੇਖਿਆ, ਕਿਉਂਕਿ ਆਰੀਅਨ ਨੇ ਕਿਹਾ ਸੀ ਕਿ ਸਾਡੀ ਦੋਸਤੀ ਦਾ ਕਿਸੇ ਨੂੰ ਪਤਾ ਨਾ ਚੱਲੇ। ਉਹ ਮੁਸਕਰਾਈ ਤੇ ਕਹਿਣ ਲੱਗੀ, ਜ਼ਿਆਦਾ ਹੈਰਾਨ ਹੋਣ ਦੀ ਜ਼ਰੂਰਤ ਨਹੀਂ। ਜਿਸ ਦਿਨ ਉਸਨੇ ਪਹਿਲੀ ਵਾਰ ਤੈਨੂੰ ਮੈਸੇਜ ਕੀਤਾ ਸੀ, ਉਸਨੇ ਮੈਨੂੰ ਚੈਲੰਜ ਕੀਤਾ ਸੀ ਕਿ ਮੈਂ ਤੇਰੀ ਸਹੇਲੀ ਨੂੰ ਫਸਾ ਕੇ ਰਹਾਂਗਾ।
ਪਰ ਮੈਂ ਉਸ ਦੀ ਗੱਲ ਨੂੰ ਸੀਰੀਅਸ ਨਹੀਂ ਲਿਆ ਅਤੇ ਮੈਂ ਕਹਿ ਦਿੱਤਾ ਕਿ ਨੇਹਾ ਅਜਿਹੀ ਲੜਕੀ ਨਹੀਂ ਹੈ। ਪਰ ਤੂੰ ਤਾਂ ਮੈਨੂੰ ਸ਼ਰਮਿੰਦਾ ਕਰਵਾ ਦਿੱਤਾ। ਤੂੰ ਤਾਂ ਉਸ ਨੂੰ ਬਹੁਤ ਚੰਗਾ ਰਿਸਪੌਂਸ ਦਿੱਤਾ। ਆਰੀਅਨ ਮੇਰਾ ਮੰਗੇਤਰ ਹੈ। ਕੁਝ ਦਿਨਾਂ ਬਾਅਦ ਉਸ ਨਾਲ ਮੇਰਾ ਵਿਆਹ ਹੋਣ ਵਾਲਾ ਹੈ। ਪਰ ਮੈਂ ਉਸ ਦੀਆਂ ਇਹ ਘਟੀਆ ਹਰਕਤਾਂ ਦੀ ਵਜ੍ਹਾ ਨਾਲ ਉਸ ਨੂੰ ਪਸੰਦ ਨਹੀਂ ਕਰਦੀ। ਮੈਨੂੰ ਲੱਗਿਆ ਤੂੰ ਦੂਜਿਆਂ ਤੋਂ ਅਲੱਗ ਹੋ, ਪਰ ਮੇਰੇ ਸਾਰੇ ਦਾਅਵੇ ਬੇਕਾਰ ਰਹਿ ਗਏ। ਤੂੰ ਵੀ ਆਮ ਜਿਹੀਆਂ ਲੜਕੀਆਂ ਵਰਗੀ ਨਿਕਲੀ ਜੋ ਮਰਦ ਨੇ ਥੋੜ੍ਹੀ ਜਿਹੀ ਤਾਰੀਫ ਕੀਤੀ ਤੇ ਉਹਨਾਂ ਦੇ ਸਾਹਮਣੇ ਵਿਸ ਜਾਂਦੀਆਂ ਨੇ। ਰੀਮਾ ਆਪਣੀ ਗੱਲ ਕਹਿ ਕੇ ਚਲੀ ਗਈ, ਪਰ ਮੈਨੂੰ ਸੋਚਾਂ ਵਿੱਚ ਧੱਕ ਗਈ। ਹਰ ਕੋਈ ਮੈਨੂੰ ਮੇਰਾ ਮਜ਼ਾਕ ਉਡਾਉਂਦਾ ਨਜ਼ਰ ਆਇਆ। ਮੈਨੂੰ ਲੱਗਿਆ ਸਾਰੀ ਦੁਨੀਆ ਮੇਰੇ ਤੇ ਹੱਸ ਰਹੀ ਆ। ਘਰ ਆਉਣ ਤੋਂ ਬਾਅਦ ਜਦੋਂ ਮੈਂ ਆਰੀਅਨ ਨੂੰ ਇਹਨਾਂ ਗੱਲਾਂ ਦੱਸੀਆਂ ਤਾਂ ਪਹਿਲਾਂ ਤਾਂ ਉਸਨੇ ਨਾ ਨੁੱਕਰ ਕੀਤੀ, ਪਰ ਫਿਰ ਉਸਨੇ ਇਹ ਸਾਰੀਆਂ ਗੱਲਾਂ ਮੰਨ ਲਈਆਂ। ਮੈਂ ਉਸ ਨੂੰ ਬਹੁਤ ਸੁਣਾਇਆ ਅਤੇ ਉਸ ਤੋਂ ਬਾਅਦ ਬਲੌਕ ਕਰ ਦਿੱਤਾ। ਉਸ ਤੋਂ ਬਾਅਦ ਮੈਂ ਉਸ ਨਾਲ ਕਦੇ ਗੱਲ ਨਹੀਂ ਕੀਤੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਘਟੀਆ ਤਜਰਬਾ ਸੀ ਅਤੇ ਮੈਂ ਇਸ ਤਜਰਬੇ ਤੋਂ ਬਹੁਤ ਵੱਡਾ ਸਬਕ ਹਾਸਲ ਕਰ ਲਿਆ ਸੀ। ਇਸ ਤੋਂ ਬਾਅਦ ਮੈਂ ਪੜ੍ਹਾਈ ਵਿੱਚ ਲੱਗ ਗਈ ਤੇ ਇੱਧਰ ਉੱਧਰ ਦਾ ਕੋਈ ਹੋਸ਼ ਨਹੀਂ ਰਿਹਾ। ਮੈਂ ਬਹੁਤ ਚੰਗੇ ਨੰਬਰਾਂ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ। ਹੁਣ ਮੈਂ MSc ਕਰ ਰਹੀ ਸੀ। ਇੱਕ ਵਾਰ ਸਾਡੇ ਕਾਲਜ ਵਿੱਚ ਬਹੁਤ ਵੱਡਾ ਪ੍ਰੋਗਰਾਮ ਹੋਇਆ। ਇੱਥੇ ਬਹੁਤ ਅਮੀਰ ਲੋਕ ਗੈਸਟ ਬਣ ਕੇ ਆਏ ਸੀ। ਉਹਨਾਂ ਵਿੱਚ ਇੱਕ ਇਨਸਾਨ ਸੀ ਜਿਸ ਦਾ ਨਾਮ ਰਾਹੁਲ ਸੀ। ਉਹ ਮੇਰੇ ਤੇ ਆਪਣਾ ਦਿਲ ਹਾਰ ਬੈਠੇ। ਉਹਨਾਂ ਨੇ ਕਾਲਜ ਦੇ ਰਿਕਾਰਡ ਤੋਂ ਮੇਰਾ ਨਾਮ ਅਤੇ ਨੰਬਰ ਪਤਾ ਕਰ ਲਿਆ ਸੀ। ਰਾਤ ਨੂੰ ਹੀ ਉਹਨਾਂ ਦੀ ਕਾਲ ਆਈ। ਜਦੋਂ ਉਹਨਾਂ ਨੇ ਮੈਨੂੰ ਆਪਣੇ ਬਾਰੇ ਦੱਸਿਆ ਤਾਂ ਮੈਂ ਇੱਕ ਪਲ ਦੇ ਲਈ ਹੈਰਾਨ ਰਹਿ ਗਈ ਸੀ, ਪਰ ਮੈਂ ਜਲਦੀ ਹੀ ਖੁਦ ਤੇ ਕਾਬੂ ਕਰ ਲਿਆ। ਉਸਨੇ ਆਪਣੀ ਮੁਹੱਬਤ ਦਾ ਇਜ਼ਹਾਰ ਮੈਨੂੰ ਕੀਤਾ, ਪਰ ਇਹ ਸਭ ਗੱਲਾਂ ਤੋਂ ਮੈਂ ਅਣਜਾਣ ਨਹੀਂ ਸੀ, ਕਿਉਂਕਿ ਮੈਂ ਇਹੋ ਜਿਹੇ ਭਿਆਨਕ ਤਜਰਬਿਆਂ 'ਚੋਂ ਲੰਘ ਚੁੱਕੀ ਸੀ। ਮੇਰਾ ਦਿਲ ਉਸ ਸਦਮੇ ਵਿੱਚੋਂ ਹਾਲੇ ਤੱਕ ਨਹੀਂ ਨਿਕਲ ਪਾਇਆ ਸੀ। ਇਸ ਕਰਕੇ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਅਤੇ ਫੋਨ ਬੰਦ ਕਰ ਦਿੱਤਾ। ਉਸ ਦੇ ਬਾਅਦ ਰਾਤ ਨੂੰ ਮੈਂ ਮਿੰਟ ਤੇ ਕਾਲ ਅਤੇ ਮੈਸੇਜ ਕਰਦੇ ਰਹੇ। ਹੈਰਾਨੀ ਦਾ ਝਟਕਾ ਤਾਂ ਮੈਨੂੰ ਉਦੋਂ ਲੱਗਿਆ ਜਦੋਂ ਅਗਲੇ ਦਿਨ ਉਹ ਆਪਣਾ ਰਿਸ਼ਤਾ ਲੈ ਕੇ ਮੇਰੇ ਘਰ ਆ ਗਏ। ਮੇਰੇ ਘਰ ਵਾਲੇ ਵੀ ਹੈਰਾਨ ਸੀ ਕਿ ਇੰਨੇ ਵੱਡੇ ਲੋਕਾਂ ਨੂੰ ਕਿੱਥੇ ਬਿਠਾਈਏ। ਮੇਰੇ ਰਿਸ਼ਤੇ ਦੀ ਗੱਲ ਕਰ ਦਿੱਤੀ ਤੇ ਵਿਆਹ ਦੀ ਡੇਟ ਵੀ ਰੱਖ ਲਈ। ਮੇਰੇ ਲਈ ਇੰਨਾ ਅਚਾਨਕ ਹੋਇਆ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। ਉਸ ਘਰ ਵਿੱਚ ਮੇਰੇ ਹੋਣ ਵਾਲੇ ਪਤੀ ਅਤੇ ਜੇਠ ਜੀ ਸੀ। ਜਠਾਣੀ ਇਸ ਦੁਨੀਆ ਵਿੱਚ ਨਹੀਂ ਸੀ। ਮੇਰੀ ਨਣਦ ਇੰਡੀਆ ਤੋਂ ਬਾਹਰ ਰਹਿੰਦੀ ਸੀ। ਉਸ ਘਰ ਵਿੱਚ ਕੋਈ ਔਰਤ ਨਹੀਂ ਸੀ। ਮੇਰੇ ਘਰ ਵਿੱਚ ਉਹਨਾਂ ਦਾ ਡਰਾਈਵਰ ਆਉਂਦਾ ਜਾਂਦਾ ਰਹਿੰਦਾ ਸੀ। ਮੈਂ ਆਪਣੇ ਵਿਆਹ ਦੀ ਸਾਰੀ ਸ਼ਾਪਿੰਗ ਖੁਦ ਕੀਤੀ ਸੀ। ਮੈਂ ਹਰ ਚੀਜ਼ ਆਪਣੀ ਮਨਪਸੰਦ ਦੀ ਲਈ ਸੀ। ਮੇਰੇ ਵਿਆਹ ਦਾ ਦਿਨ ਆ ਗਿਆ। ਮੈਂ ਆਪਣੀ ਕਿਸਮਤ ਦੀ ਬੜੀ ਖੁਸ਼ ਸੀ। ਜ਼ਿੰਦਗੀ ਬਹੁਤ ਵਧੀਆ ਲੱਗ ਰਹੀ ਸੀ। ਮੈਨੂੰ ਯਕੀਨ ਨਹੀਂ ਆਉਂਦਾ ਸੀ ਕਿ ਜਿਸ ਜ਼ਿੰਦਗੀ ਦੇ ਬਾਰੇ ਸੋਚਿਆ ਸੀ, ਜੋ ਜ਼ਿੰਦਗੀ ਮੈਨੂੰ ਚਾਹੀਦੀ ਸੀ, ਬਸ ਸਭ ਮੈਨੂੰ ਮਿਲ ਗਿਆ ਸੀ। ਜਦੋਂ ਦੀ ਗੁਣਗੁਣ ਮੇਰੀਆਂ ਲਿਆਂਦੀਆਂ ਹੋਈਆਂ ਚੀਜ਼ਾਂ ਨੂੰ ਦੇਖਦੀ ਤਾਂ ਕਹਿੰਦੀ, ਦੀਦੀ ਤੂੰ ਕਿੰਨੀ ਖੁਸ਼ਕਿਸਮਤ ਹੋ। ਮੈਂ ਦੇਖ ਕੇ ਮੁਸਕਰਾ ਦਿੰਦੀ। ਮੇਰਾ ਵਿਆਹ ਹੋ ਗਿਆ ਤੇ ਮੈਂ ਆਪਣੇ ਸਹੁਰੇ ਘਰ ਚਲੀ ਗਈ। ਮੈਂ ਗੁਣਗੁਣ ਦੀ ਵੀ ਕਿਸੇ ਅਜਿਹੇ ਇਨਸਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਉਹ ਪਾਗਲ ਇੱਕ ਲੜਕੇ ਨੂੰ ਪਸੰਦ ਕਰਦੀ ਸੀ। ਉਹ ਲੜਕਾ ਮਾਮੂਲੀ ਜਿਹੀ ਨੌਕਰੀ ਕਰਦਾ ਸੀ। ਮੈਂ ਉਸ ਨੂੰ ਕਹਿੰਦੀ ਕਿ ਮੋਹਨ ਤੈਨੂੰ ਕੀ ਦੇ ਸਕਦਾ ਹੈ, ਤੂੰ ਉਸ ਨੂੰ ਛੱਡ ਦੇ। ਮੈਂ ਤੇਰਾ ਕਿਸੇ ਵਧੀਆ ਘਰੇ ਰਿਸ਼ਤਾ ਕਰਵਾ ਦੇਵਾਂਗੀ, ਪਰ ਉਹ ਹਰ ਵਾਰ ਮਨਾ ਕਰ ਦਿੰਦੀ। ਮੁਹੱਬਤ ਅਤੇ ਦਿਲ ਦੀ ਖੁਸ਼ੀ ਸਭ ਤੋਂ ਵੱਧ ਕੇ ਹੁੰਦੀ ਹੈ। ਮੇਰੇ ਜੇਠ ਅਤੇ ਗੁਣਗੁਣ ਦਾ ਆਮਣਾ ਸਾਹਮਣਾ ਅਕਸਰ ਹੁੰਦਾ ਰਹਿੰਦਾ ਸੀ। ਮੇਰੇ ਜੇਠ ਕਾਫੀ ਉਮਰ ਦੇ ਸੀ, ਪਰ ਉਹ ਆਪਣਾ ਬਹੁਤ ਖਿਆਲ ਰੱਖਦੇ ਸੀ। ਰੋਜ਼ਾਨਾ ਜਿਮ ਜਾਂਦੇ ਤੇ ਸਵੇਰੇ ਸ਼ਾਮ ਐਕਸਰਸਾਈਜ਼ ਕਰਦੇ। ਆਪਣੇ ਖਾਣ ਪੀਣ ਦਾ ਬਹੁਤ ਖਿਆਲ ਰੱਖਦੇ ਸੀ। ਦੇਖਣ ਵਿੱਚ ਉਹ ਮੇਰੇ ਪਤੀ ਤੋਂ ਕੁਝ ਕੁ ਸਾਲ ਹੀ ਵੱਡੇ ਲੱਗਦੇ ਸੀ। ਮੇਰੇ ਵਿਆਹ ਨੂੰ 3 ਸਾਲ ਹੋਣ ਵਾਲੇ ਸੀ ਅਤੇ ਹੁਣ ਤਾਂ ਮੈਂ ਇੱਕ ਬੱਚੇ ਦੀ ਮਾਂ ਬਣਨ ਵਾਲੀ ਸੀ। ਅਸੀਂ ਦੋਨੋਂ ਪਤੀ ਪਤਨੀ ਬਹੁਤ ਖੁਸ਼ ਸੀ। ਮੇਰੇ ਪਤੀ ਨੇ ਦੱਸਿਆ ਕਿ ਮੇਰੇ ਜੇਠ ਨੂੰ ਹਾਰਟ ਅਟੈਕ ਦਾ ਮਾਮਲਾ ਹੈ ਅਤੇ ਉਸ ਦਾ ਦਿਲ ਘੱਟ ਕੰਮ ਕਰਦਾ ਹੈ।
ਇਹ ਸੁਣ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਆਪਣੇ ਭਰਾ ਦੀ ਵਜ੍ਹਾ ਨਾਲ ਉਹ ਕਾਫੀ ਜ਼ਿਆਦਾ ਦੁੱਖ ਵਿੱਚ ਵੀ ਰਹਿੰਦੇ ਸੀ। ਮੇਰੇ ਜੇਠ ਜੀ ਦਾ ਵਿਵਹਾਰ ਵੀ ਮੇਰੇ ਨਾਲ ਚੰਗਾ ਸੀ। ਉਹ ਮੇਰਾ ਬਹੁਤ ਖਿਆਲ ਰੱਖਦੇ ਸੀ। ਇਹ ਖਬਰ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਿਆ। ਡਾਕਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਦੇ ਕੋਲ 2 ਸਾਲ ਬਚੇ ਹਨ। ਮੇਰੇ ਪਤੀ ਨੇ ਮੇਰੇ ਜੇਠ ਨੂੰ ਕਿਹਾ ਕਿ ਆਪਾਂ ਵਿਦੇਸ਼ ਵਿੱਚ ਜਾਂਦੇ ਹਾਂ ਤੇ ਉੱਥੋਂ ਤੁਹਾਡਾ ਇਲਾਜ ਕਰਵਾਵਾਂਗੇ। ਪਰ ਮੇਰੇ ਜੇਠ ਨੇ ਇੱਕ ਨਾ ਸੁਣੀ। ਉਸਨੇ ਕਿਹਾ ਜੇ ਜ਼ਿੰਦਗੀ ਹੋਈ ਤਾਂ ਮੈਨੂੰ ਕੁਝ ਨਹੀਂ ਹੁੰਦਾ। ਇੱਕ ਦਿਨ ਮੇਰੇ ਜੇਠ ਨੇ ਇੱਕ ਵਕੀਲ ਨੂੰ ਘਰ ਬੁਲਾਇਆ। ਜੋ ਉਹਨਾਂ ਨੇ ਵਕੀਲ ਨੂੰ ਕਿਹਾ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਆਪਣੀ ਸਾਰੀ ਪ੍ਰਾਪਰਟੀ ਗਰੀਬਾਂ ਵਿੱਚ ਵੰਡਣਾ ਚਾਹੁੰਦਾ ਸੀ। ਇਹ ਸੁਣ ਕੇ ਮੈਂ ਤੇ ਮੇਰੇ ਪਤੀ ਪਰੇਸ਼ਾਨ ਹੋ ਗਏ। ਉਹਨਾਂ ਦੇ ਮਰਨ ਤੋਂ ਬਾਅਦ ਸਾਡੇ ਹਾਲਾਤ ਜ਼ਿਆਦਾ ਖਰਾਬ ਹੋਣ ਵਾਲੇ ਸੀ। ਸਾਨੂੰ ਨਹੀਂ ਪਤਾ ਸੀ ਕਿ ਉਹ ਸਾਡੇ ਨਾਲ ਇਸ ਤਰ੍ਹਾਂ ਕਰਨਗੇ, ਕਿਉਂਕਿ ਮੇਰਾ ਪਤੀ ਮੇਰੇ ਜੇਠ ਦਾ ਸੌਤੇਲਾ ਭਰਾ ਸੀ। ਮੈਂ ਤਾਂ ਇਹੀ ਸੋਚ ਕੇ ਪਰੇਸ਼ਾਨ ਹੁੰਦੀ ਰਹਿੰਦੀ ਸੀ ਕਿ ਮੇਰੇ ਜੇਠ ਦੇ ਮਰਨ ਤੋਂ ਬਾਅਦ ਅਸੀਂ ਰੋਟੀ ਕਿੱਥੋਂ ਖਾਵਾਂਗੇ, ਕਿਉਂਕਿ ਸਾਰੀ ਪ੍ਰਾਪਰਟੀ ਮੇਰੇ ਜੇਠ ਦੇ ਨਾਮ ਸੀ। ਸੋਚਦੇ ਇੱਕ ਦਿਨ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣੀ ਛੋਟੀ ਭੈਣ ਦਾ ਵਿਆਹ ਜੇਠ ਨਾਲ ਕਰਵਾ ਦੇਵਾਂ। 2 ਸਾਲ ਦੀ ਤਾਂ ਗੱਲ ਹੈ। 2 ਸਾਲ ਬਾਅਦ ਜਦੋਂ ਜੇਠ ਮਰ ਜਾਵੇਗਾ ਤਾਂ ਸਾਰੀ ਜਾਇਦਾਦ ਪਤਨੀ ਦੀ ਹੈਸੀਅਤ ਨਾਲ ਮੇਰੀ ਭੈਣ ਦੀ ਗੁਣਗੁਣ ਦੇ ਨਾਮ ਲੱਗ ਜਾਵੇਗੀ ਅਤੇ ਅਸੀਂ ਸਾਰੇ ਐਸ਼ ਕਰਾਂਗੇ। ਮੈਂ ਤੇ ਮੇਰੇ ਪਤੀ ਨੇ ਤਰਲੇ ਮਿੰਨਤਾਂ ਕਰਕੇ ਜੇਠ ਨੂੰ ਵਿਆਹ ਕਰਨ ਲਈ ਮਨਾਇਆ। ਜਦੋਂ ਇਹ ਗੱਲ ਮੈਂ ਗੁਣਗੁਣ ਨੂੰ ਦੱਸੀ ਤਾਂ ਉਹ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਉਹ ਵਿਆਹ ਕਰਨ ਨੂੰ ਤਿਆਰ ਨਹੀਂ ਸੀ। ਉਹ ਮੋਹਨ ਦੇ ਨਾਲ ਸੱਚੀ ਮੁਹੱਬਤ ਕਰਦੀ ਸੀ ਅਤੇ ਉਸ ਨਾਲ ਹੀ ਵਿਆਹ ਕਰਨਾ ਚਾਹੁੰਦੀ ਸੀ। ਮੈਂ ਉਸ ਨੂੰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ। ਆਖਿਰ ਉਹ ਮੰਨ ਗਈ। ਮੇਰੇ ਮਾਂ-ਬਾਪ ਖੁਸ਼ ਨਹੀਂ ਸੀ। ਗੁਣਗੁਣ ਵਿਦਾ ਹੋ ਕੇ ਸਾਡੇ ਘਰ ਆ ਗਈ। ਦਿਨ ਬੜੀ ਹੀ ਰਫ਼ਤਾਰ ਨਾਲ ਲੰਘ ਰਹੇ ਸੀ। ਇਸ ਤਰ੍ਹਾਂ ਕਰਦੇ 2 ਸਾਲ ਲੰਘ ਗਏ, ਪਰ ਜੇਠ ਜੀ ਤਾਂ ਹੱਟੇ ਕੱਟੇ ਸੀ। ਉਹ ਜਦੋਂ ਵੀ ਘਰ ਹੁੰਦੇ ਜ਼ਿਆਦਾ ਤੋਂ ਜ਼ਿਆਦਾ ਵਕਤ ਆਪਣੀ ਪਤਨੀ ਗੁਣਗੁਣ ਦੇ ਨਾਲ ਗੁਜ਼ਾਰਦੇ। ਜਦੋਂ ਬਾਹਰ ਹੁੰਦੇ ਤਾਂ ਉਹ ਆਪਣੇ ਭਤੀਜੇ ਨੂੰ ਚੁੱਕੀ ਰੱਖਦੇ। ਉਹਨਾਂ ਨੂੰ ਮੇਰੇ ਬੇਟੇ ਨਾਲ ਬਹੁਤ ਪਿਆਰ ਸੀ। ਹੁਣ ਗੁਣਗੁਣ ਬੁਝੀ ਰਹਿਣ ਲੱਗੀ, ਪਰ ਸਾਡੇ ਜ਼ਿਹਨ ਵਿੱਚ ਤਾਂ ਇਹ ਗੱਲ ਰਹਿੰਦੀ ਸੀ ਕਿ ਆਖਿਰ ਕੀ ਵਜ੍ਹਾ ਹੈ। ਜੇਠ ਜੀ ਤਾਂ ਕਿਸੇ ਪਾਸਿਓਂ ਬਿਮਾਰ ਨਹੀਂ ਲੱਗਦੇ। ਇੱਕ ਦਿਨ ਮੈਂ ਗੁਣਗੁਣ ਨੂੰ ਕਿਹਾ, ਉਸ ਦੀ ਮੈਡੀਕਲ ਰਿਪੋਰਟ ਲੱਭ ਅਤੇ ਦੇਖ ਉਸ ਵਿੱਚ ਕੀ ਲਿਖਿਆ ਹੈ। ਇੱਕ ਦਿਨ ਗੁਣਗੁਣ ਦੇ ਹੱਥ ਇੱਕ ਫਾਈਲ ਲੱਗ ਗਈ ਸੀ, ਪਰ ਅਚਾਨਕ ਮੇਰੇ ਜੇਠ ਜੀ ਉੱਪਰ ਆ ਗਏ। ਉਹਨਾਂ ਨੇ ਉਹ ਫਾਈਲ ਗੁਣਗੁਣ ਦੇ ਹੱਥੋਂ ਲੈ ਲਈ ਅਤੇ ਲੋਕਰ ਵਿੱਚ ਰੱਖ ਦਿੱਤੀ। ਗੁਣਗੁਣ ਨੂੰ ਉਸਨੇ ਪਿਆਰ ਨਾਲ ਬੁਲਾਇਆ ਸੀ। ਉਹ ਗੁਣਗੁਣ ਨੂੰ ਵੀ ਆਪਣੀ ਚੈੱਕਅਪ ਦੇ ਲਈ ਆਪਣੇ ਨਾਲ ਨਹੀਂ ਲਿਜਾਂਦੇ ਸੀ। ਮੈਨੂੰ ਇੱਕ ਗੱਲ ਹਮੇਸ਼ਾ ਪਰੇਸ਼ਾਨ ਕਰਦੀ ਰਹਿੰਦੀ ਸੀ ਕਿ ਮੇਰੀ ਪਤੀ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ ਸੀ। ਉਹ ਬਹੁਤ ਜ਼ਿਆਦਾ ਗੁੱਸਾ ਕਰਨ ਲੱਗੇ ਸੀ। ਉਸ ਦਾ ਆਪਣੇ ਭਰਾ ਨਾਲ ਵੀ ਕਿਸੇ ਨਾ ਕਿਸੇ ਗੱਲ 'ਤੇ ਝਗੜਾ ਰਹਿਣ ਲੱਗਾ ਸੀ। ਇੱਕ ਦਿਨ ਉਹ ਦੋਨੋਂ ਕਮਰੇ ਵਿੱਚ ਲੜ ਰਹੇ ਸੀ। ਜਦੋਂ ਮੈਂ ਗਈ ਤਾਂ ਮੇਰੇ ਆਉਣ ਦੀ ਚੁੱਪ ਹੋ ਗਏ। ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹਨਾਂ ਵਿੱਚ ਕੁਝ ਸਹੀ ਨਹੀਂ ਹੋ ਰਿਹਾ। ਜਦੋਂ ਮੇਰੇ ਪਤੀ ਕਮਰੇ ਵਿੱਚ ਆਏ ਤਾਂ ਮੈਂ ਉਹਨਾਂ ਤੋਂ ਪੁੱਛਣ ਲੱਗੀ ਕਿ ਤੁਸੀਂ ਇੰਨੇ ਪਰੇਸ਼ਾਨ ਕਿਉਂ ਰਹਿੰਦੇ ਹੋ, ਤਾਂ ਉਹ ਦੱਸਣ ਲੱਗੇ ਕਿ ਡਾਕਟਰ ਨੇ ਕਿਹਾ ਸੀ ਵੀਰ 2 ਸਾਲ ਤੱਕ ਹੀ ਜਿੰਦਾ ਰਹਿਣਗੇ। ਪਰ ਇੰਨੇ ਨੂੰ ਦਰਵਾਜ਼ਾ ਖੁੱਲ੍ਹਿਆ ਅਤੇ ਸਾਹਮਣੇ ਗੁਣਗੁਣ ਖੜੀ ਸੀ। ਉਸ ਦਾ ਚਿਹਰਾ ਪੀਲਾ ਪੈ ਗਿਆ ਸੀ। ਕਹਿਣ ਲੱਗੀ, ਮੇਰੇ ਨਾਲ ਹਸਪਤਾਲ ਚੱਲੋ, ਮੇਰੀ ਤਬੀਅਤ ਬਹੁਤ ਖਰਾਬ ਹੈ। ਉਸ ਦੀ ਖਰਾਬ ਤਬੀਅਤ ਨੂੰ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਅਤੇ ਉਸ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਦੱਸਿਆ ਕਿ ਗੁਣਗੁਣ ਮਾਂ ਬਣਨ ਵਾਲੀ ਹੈ। ਇਹ ਖਬਰ ਮੇਰੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ, ਪਰ ਗੁਣਗੁਣ ਇਹ ਖਬਰ ਸੁਣ ਕੇ ਖੁਸ਼ ਹੋ ਗਈ, ਪਰ ਮੈਂ ਉਸ ਦੀ ਖੁਸ਼ੀ 'ਤੇ ਹੈਰਾਨ ਰਹਿ ਗਈ। ਘਰ ਆ ਕੇ ਜਦੋਂ ਇਹ ਗੱਲ ਮੈਂ ਆਪਣੇ ਪਤੀ ਨੂੰ ਦੱਸੀ ਤਾਂ ਉਸ ਦੇ ਬਦਲਦੇ ਚਿਹਰੇ ਦੀ ਰੰਗਤ ਤੇ ਡਰ ਤੋਂ ਮੈਂ ਡਰ ਗਈ। ਉਹਨਾਂ ਦੇ ਚਿਹਰੇ 'ਤੇ ਤਣਾਅ ਆ ਗਿਆ ਸੀ। ਉਹ ਕੁਝ ਜ਼ਿਆਦਾ ਹੀ ਗੁੱਸੇ ਵਿੱਚ ਲੱਗ ਰਹੇ ਸੀ। ਉਹਨਾਂ ਨੂੰ ਇਸ ਤਰ੍ਹਾਂ ਗੁੱਸੇ ਵਿੱਚ ਦੇਖ ਕੇ ਮੈਂ ਕੋਈ ਸੁਣਨਾ ਜਾਂ ਕਹਿਣਾ ਜ਼ਰੂਰੀ ਨਹੀਂ ਸਮਝਿਆ ਅਤੇ ਲਾਈਟ ਬੰਦ ਕਰ ਦਿੱਤੀ ਤੇ ਸੌਣ ਲਈ ਪੈ ਗਈ। ਅਗਲੇ ਦਿਨ ਵੀ ਉਸ ਦਾ ਵਿਵਹਾਰ ਅਜਿਹਾ ਹੀ ਸੀ।
ਉਹ ਬਿਨਾਂ ਨਾਸ਼ਤਾ ਕੀਤੇ ਚਲੇ ਗਏ, ਜਦਕਿ ਮੇਰੇ ਜੇਠ ਬਹੁਤ ਜ਼ਿਆਦਾ ਚਮਕ ਰਹੇ ਸੀ। ਖੁਸ਼ੀ-ਖੁਸ਼ੀ ਆਪਣੇ ਆਫਿਸ 'ਚ ਚਲੇ ਗਏ। ਮੈਂ ਸਾਰਾ ਦਿਨ ਆਪਣੇ ਪਤੀ ਦੀ ਅਧੂਰੀ ਗੱਲ ਨੂੰ ਸਮਝਣ ਵਿੱਚ ਕੱਢ ਦਿੱਤਾ ਕਿ ਆਖਿਰ ਉਹ ਮੈਨੂੰ ਕੀ ਕਹਿਣਾ ਚਾਹੁੰਦੇ ਸੀ। ਮੈਂ ਗੁੰਜਨ ਦੇ ਬੱਚੇ ਨੂੰ ਲੈ ਕੇ ਵੀ ਸੋਚ ਰਹੀ ਸੀ ਕਿ ਜੇ ਮੇਰੇ ਜੇਠ ਜੀ ਨੂੰ ਬੱਚਾ ਹੋਣ ਤੋਂ ਪਹਿਲਾਂ ਕੁਝ ਹੋ ਗਿਆ ਤਾਂ ਉਹ ਆਪਣੇ ਬੱਚੇ ਨੂੰ ਇਕੱਲੀ ਕਿਵੇਂ ਸੰਭਾਲੇਗੀ ਤੇ ਮੈਂ ਆਪਣੇ ਮਾਂ-ਬਾਪ ਨੂੰ ਕੀ ਜਵਾਬ ਦੇਵਾਂਗੀ। ਉਹ ਗੁਣਗੁਣ ਦਾ ਵਿਆਹ ਇੰਨੀ ਉਮਰ ਦਰਾਜ਼ ਆਦਮੀ ਦੇ ਨਾਲ ਨਹੀਂ ਕਰਨਾ ਚਾਹੁੰਦੇ ਸੀ, ਪਰ ਮੈਂ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਮਨਾਇਆ ਸੀ। ਹੁਣ ਮੈਂ ਉਹਨਾਂ ਨੂੰ ਕੀ ਝੂਠ ਬੋਲਾਂਗੀ, ਪਰ ਮੈਨੂੰ ਗੁਣਗੁਣ 'ਤੇ ਵੀ ਹੈਰਾਨੀ ਹੁੰਦੀ ਸੀ। ਉਹ ਇਸ ਖਬਰ ਤੋਂ ਬਿਲਕੁਲ ਵੀ ਪਰੇਸ਼ਾਨ ਨਹੀਂ ਸੀ। ਉਸ ਵਿੱਚ ਇਹ ਬਦਲਾਵ ਕਿਵੇਂ ਆਇਆ, ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ। ਕੁਝ ਦਿਨ ਪਹਿਲਾਂ ਤਾਂ ਉਹ ਮੇਰੇ ਜੇਠ ਨੂੰ ਬੜੀ ਪਰੇਸ਼ਾਨ ਸੀ, ਪਰ ਅੱਜ ਜਦੋਂ ਮੈਂ ਗੁਣਗੁਣ ਤੋਂ ਆਪਣੇ ਜੇਠ ਦੀ ਰਿਪੋਰਟ ਬਾਰੇ ਪੁੱਛਿਆ ਤਾਂ ਉਹ ਚੁੱਪ ਹੋ ਗਈ। ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸਨੇ ਮੇਰੀ ਗੱਲ ਹੀ ਬਦਲ ਦਿੱਤੀ। ਮੈਨੂੰ ਆਪਣੀ ਭੈਣ ਨੂੰ ਗੁਣਗੁਣ ਆਪਣੇ ਜੇਠ ਅਤੇ ਆਪਣੇ ਪਤੀ ਦਾ ਵਿਵਹਾਰ ਬਹੁਤ ਪਰੇਸ਼ਾਨ ਕਰ ਰਿਹਾ ਸੀ। ਕੋਈ ਵੀ ਮੇਰੀ ਗੱਲ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਸੀ। ਆਖਿਰ ਇਹਨਾਂ ਵਿੱਚ ਚੱਲ ਕੀ ਰਿਹਾ ਸੀ ਜੋ ਮੇਰੇ ਸਾਹਮਣੇ ਸੀ ਤੇ ਮੈਨੂੰ ਹੀ ਨਹੀਂ ਦਿਖ ਰਿਹਾ ਸੀ। ਅੱਗੇ ਆਉਣ ਵਾਲੇ ਦਿਨਾਂ ਦੇ ਮੈਨੂੰ ਹੋਰ ਹੈਰਾਨੀ ਵਿੱਚ ਪਾ ਦਿੱਤਾ ਜਦੋਂ ਮੇਰੇ ਪਤੀ ਨੇ ਕਿਹਾ, ਆਪਾਂ ਇਹ ਘਰ ਛੱਡ ਕੇ ਨਵੇਂ ਘਰ ਵਿੱਚ ਸ਼ਿਫਟ ਹੋ ਰਹੇ ਹਾਂ। ਇਸ ਘਰ ਵਿੱਚ ਮੇਰਾ ਦਿਲ ਨਹੀਂ ਲੱਗਦਾ। ਪਰ ਹੈਰਾਨੀ ਦਾ ਝਟਕਾ ਤਾਂ ਮੈਨੂੰ ਉਦੋਂ ਲੱਗਿਆ ਜਦੋਂ ਗੁਣਗੁਣ ਅਤੇ ਮੇਰੇ ਜੇਠ ਜੀ ਇਸ ਘਰ ਵਿੱਚ ਰਹਿਣਗੇ। ਸਿਰਫ ਆਪਾਂ ਦੋਨੋਂ ਹੀ ਜਾ ਰਹੇ ਹਾਂ। ਮੈਂ ਨਹੀਂ ਜਾਣਦੀ ਸੀ ਕਿ ਮੇਰੇ ਪਤੀ ਅਤੇ ਉਸਦੇ ਭਰਾ ਦੀ ਆਪਸ ਵਿੱਚ ਕੀ ਗੱਲ ਹੋਈ ਸੀ। ਕੁਝ ਦਿਨਾਂ ਬਾਅਦ ਅਸੀਂ ਨਵੇਂ ਘਰ ਵਿੱਚ ਚਲੇ ਗਏ। ਉਹ ਪੁਰਾਣੇ ਘਰ ਦੇ ਮੁਕਾਬਲੇ ਨਵਾਂ ਥੋੜਾ ਛੋਟਾ ਸੀ। ਸਾਨੂੰ ਆਏ ਹੋਏ ਕਾਫੀ ਦਿਨ ਹੋ ਗਏ ਸੀ ਤੇ ਮੈਂ ਆਪਣੇ ਪਤੀ ਤੋਂ ਪੁੱਛਿਆ, ਤੁਸੀਂ ਉਸ ਦਿਨ ਮੈਨੂੰ ਕੀ ਕਹਿ ਰਹੇ ਸੀ ਜਿਸ ਦਿਨ ਗੁਣਗੁਣ ਮੈਨੂੰ ਹਸਪਤਾਲ ਲੈ ਕੇ ਗਈ ਸੀ? ਪਹਿਲਾਂ ਤਾਂ ਉਹ ਚੁੱਪ ਰਹੇ ਤੇ ਫਿਰ ਕਹਿਣ ਲੱਗੇ, ਆਖਿਰ ਕਦੋਂ ਤੱਕ ਇਹ ਗੱਲ ਮੈਂ ਤੇਰੇ ਤੋਂ ਛੁਪਾਵਾਂਗਾ। ਪਹਿਲੀ ਗੱਲ ਤਾਂ ਇਹ ਕਿ ਉਹ ਮੇਰਾ ਸਕਾ ਭਰਾ ਨਹੀਂ ਹੈ। ਦੂਜੀ ਗੱਲ ਇਹ ਕਿ ਮੇਰੀ ਭਾਬੀ ਦੀ ਮੌਤ ਹੋਈ ਨੂੰ 5 ਸਾਲ ਹੋ ਗਏ ਹਨ ਤੇ ਇਹ ਦੂਜਾ ਵਿਆਹ ਕਰਨਾ ਚਾਹੁੰਦੇ ਸੀ। ਜਾਇਦਾਦ ਦੀ ਖਾਤਰ ਹੀ ਤਾਂ ਮੈਂ ਆਪਣੀ ਭਾਬੀ ਨੂੰ ਚਾਹ ਵਿੱਚ ਦਵਾਈ ਮਿਲਾ ਕੇ ਪਿਲਾ ਦਿੱਤੀ ਸੀ ਤੇ ਉਹ ਹੌਲੀ-ਹੌਲੀ ਕਰਕੇ ਮਰ ਗਈ। ਫਿਰ ਮੇਰੇ ਭਰਾ ਨੇ ਇਹ ਫੈਸਲਾ ਕੀਤਾ ਕਿ ਮੈਂ ਆਪਣੀ ਸਾਰੀ ਜਾਇਦਾਦ ਗਰੀਬਾਂ ਵਿੱਚ ਵੰਡ ਦੇਵਾਂਗਾ। ਜੇ ਮੇਰਾ ਵਿਆਹ ਨਾ ਹੋਇਆ ਤਾਂ ਫਿਰ ਮੈਂ ਗੁਣਗੁਣ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਕਿ ਚਲੋ ਗੁਣਗੁਣ ਦਾ ਤਾਂ ਮੇਰੇ ਭਰਾ ਦੇ ਮਰਨ ਤੋਂ ਬਾਅਦ ਆਪਣਾ ਸਾਥ ਦੇਵੇਗੀ। ਪਰ ਮੈਂ ਇੱਕ ਦਿਨ ਉਸ ਦੀ ਰਿਪੋਰਟ ਪੜ੍ਹੀ ਤਾਂ ਉਸ ਵਿੱਚ ਲਿਖਿਆ ਸੀ ਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ। ਫਿਰ ਮੈਂ ਡਾਕਟਰ ਤੋਂ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਉਹ ਠੀਕ ਹੋ ਰਹੇ ਹਨ ਤੇ ਉੱਪਰੋਂ ਗੁਣਗੁਣ ਪ੍ਰੈਗਨੈਂਟ ਹੋ ਗਈ। ਹੁਣ ਉਹ ਚਾਹ ਕੇ ਵੀ ਉਸ ਦਾ ਸਾਥ ਨਹੀਂ ਛੱਡੇਗੀ ਕਿਉਂਕਿ ਉਹ ਉਸ ਨੂੰ ਪਿਆਰ ਕਰਨ ਲੱਗੀ ਹੈ। ਇਸ ਲਈ ਮੈਂ ਸੋਚਿਆ ਕਿ ਆਪਾਂ ਇਹਨਾਂ ਤੋਂ ਦੂਰ ਹੀ ਹੋ ਜਾਈਏ, ਨਹੀਂ ਤਾਂ ਉਸ ਜਾਇਦਾਦ ਦੀ ਖਾਤਰ ਮੇਰੇ ਹੱਥੋਂ ਕੁਝ ਅਨਰਥ ਹੋ ਜਾਂਦਾ। ਇਸ ਲਈ ਤੈਨੂੰ ਲੈ ਕੇ ਮੈਂ ਇਸ ਘਰ ਵਿੱਚ ਆ ਗਿਆ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਤੋਂ ਕੋਈ ਹੋਰ ਪਾਪ ਹੋਵੇ। ਇਹ ਸਭ ਸੁਣ ਕੇ ਮੇਰੇ ਰੌਂਗਟੇ ਖੜੇ ਹੋ ਗਏ। ਜਾਇਦਾਦ ਦੀ ਖਾਤਰ ਹੀ ਮੈਂ ਆਪਣੀ ਭੈਣ ਦਾ ਵਿਆਹ ਕਰਵਾਇਆ ਸੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਪਤੀ ਨੇ ਉਹਨਾਂ ਦੀ ਪਹਿਲੀ ਪਤਨੀ ਨੂੰ ਮਾਰਿਆ ਹੈ। ਮੈਂ ਵੀ ਆਪਣੀ ਜੇਠ ਨੂੰ ਮਾਰਿਆ ਹੋਇਆ ਹੀ ਦੇਖਣਾ ਚਾਹੁੰਦੀ ਸੀ। ਜਦੋਂ ਦਾ ਉਸਨੇ ਆਪਣੀ ਜਾਇਦਾਦ ਨੂੰ ਗਰੀਬਾਂ ਵਿੱਚ ਵੰਡਣ ਦਾ ਹੁਕਮ ਦਿੱਤਾ ਸੀ, ਉਸ ਘਰ ਵਿੱਚ ਰਹਿੰਦੇ ਹੋਏ ਅਸੀਂ ਦੋਨੋਂ ਬੜੇ ਹੀ ਪਰੇਸ਼ਾਨ ਸੀ। ਇਸ ਨਵੇਂ ਘਰ ਵਿੱਚ ਆ ਕੇ ਅਸੀਂ ਦੋਨੋਂ ਬੜੀ ਹੀ ਸਕੂਨ ਭਰੀ ਜ਼ਿੰਦਗੀ ਜੀ ਰਹੇ ਸੀ। ਪਰ ਮੈਂ ਇਸ ਗੱਲੋਂ ਖੁਸ਼ ਸੀ ਕਿ ਮੇਰਾ ਪਤੀ ਹੁਣ ਬਦਲ ਗਿਆ ਸੀ ਤੇ ਉਸ ਦੇ ਨਾਲ-ਨਾਲ ਮੈਂ ਵੀ ਬਦਲ ਗਈ। ਮੈਂ ਰੱਬ ਦਾ ਸ਼ੁਕਰਗੁਜ਼ਾਰ ਕਰਦੀ ਕਿ ਸਾਡੇ ਅੱਖਾਂ ਅੱਗੋਂ ਲਾਲਚ ਦੀ ਪੱਟੀ ਲਾ ਦਿੱਤੀ, ਨਹੀਂ ਤਾਂ ਅਸੀਂ ਦੋਨੋਂ ਮਿਲ ਕੇ ਪਤਾ ਨਹੀਂ ਹੋਰ ਕੀ ਅਨਰਥ ਕਰਦੇ। ਮੈਂ ਉਸ ਨੂੰ ਲੈ ਕੇ ਉਸ ਦੇ ਭਰਾ ਦੇ ਘਰ ਗਈ। ਅੱਗੋਂ ਮੇਰੇ ਜੇਠ ਅਤੇ ਗੁਣਗੁਣ ਦੋਨੋਂ ਬਹੁਤ ਜ਼ਿਆਦਾ ਖੁਸ਼ ਲੱਗ ਰਹੇ ਸੀ। ਮੇਰੇ ਜੇਠ ਜੀ ਕਹਿਣ ਲੱਗੇ ਕਿ ਤੁਸੀਂ ਕਿਉਂ ਚਲੇ ਗਏ?
ਮੈਂ ਉਹਨਾਂ ਨੂੰ ਕਿਹਾ ਕਿ ਦੂਰ ਰਹਿ ਕੇ ਹੀ ਪਿਆਰ ਜ਼ਿਆਦਾ ਵੱਧਦਾ ਹੈ, ਇਸ ਲਈ ਆਪਾਂ ਦੂਰ ਰਹਿ ਕੇ ਵੀ ਇੱਕ ਦੂਜੇ ਦੇ ਕੋਲ ਹਾਂ। ਕਹਾਣੀ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।